ਸਿੱਖ ਮਾਈਨੋਰਿਟੀ ਦੇ ਇੱਕ ਮਹੱਤਵਪੂਰਨ ਰਾਜਨੀਤਿਕ ਨੇਤਾ ਸੀ। ਸੋ ਉਹਨਾਂ ਦਾ ਰੋਲ ਭਾਰਤ ਦੀ ਸੈਕੂਲਰ ਡੈਮੋਕ੍ਰੇਸੀ ਜਾਂ ਜਿਹਨੂੰ ਕਹਿੰਦੇ ਧਰਮ ਨਿਰਪੱਖ ਰਾਜਨੀਤੀ ਦੇ ਵਿੱਚ ਵੀ ਬੜਾ ਇੰਪੋਰਟੈਂਟ ਸੀ। ਗੋਇੰਗ ਟੂ ਬੀ ਚੈਲੰਜ ਫॉर ਅਕਾਲੀ ਦਲ ਕਿ ਉਹ ਰੀਕਨਸਾਈਲ ਕਿਵੇਂ ਕਰਦੇ ਨੇ ਇਸ ਲਾਸ ਦੇ ਨਾਲ। ਸਿਆਸਤ ਦੇ ਕਈ ਗੁਰ ਹੁੰਦੇ ਨੇ, ਕਿਹੜੀਆਂ ਚੀਜ਼ਾਂ ਨੂੰ ਕਿਸ ਸਮੇਂ ਯਾਦ ਰੱਖਣਾ, ਇਗਨੋਰ ਕਰਨਾ ਹੈ। ਸੋ ਇੱਕ ਸ਼ਰੂਡ ਪੋਲੀਟੀਸ਼ੀਅਨ ਦੇ ਰੂਪ ਵਿੱਚ ਵੀ ਉਹਨਾਂ ਨੂੰ ਸਮਝਿਆ ਜਾਏਗਾ, ਜਾਣਿਆ ਜਾਏਗਾ, ਕਿਉਂਕਿ ਉਹ ਇੱਕ ਕਾਗਰ ਰਾਜਨੀਤਿਕ ਸਿਆਸਤਦਾਨ ਵੀ ਸੀ। ਇਹਦੇ ਵਿੱਚ ਵੀ ਕੋਈ ਅਜਿਹੀ ਦੋਰਾਵਾਂ ਨਹੀਂ ਹੈਗੀਆਂ ਤੇ ਸ਼ਾਇਦ ਇਹੀ ਕਾਰਨ ਸੀ ਕਿ ਇਹਨਾਂ ਲੰਮਾ ਸਮਾਂ ਅਕਾਲੀ ਦਲ ਸਸਟੇਨ ਕਰ ਪਾਇਆ ਪੰਜਾਬ ਦੇ। ਬਹੁਤ ਸਾਰੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ, ਜਿਹੜੇ ਸੀਨੀਅਰ ਲੀਡਰ ਹੈਗੇ ਨੇ, ਉਹ ਬਾਦਲ ਪ੍ਰਕਾਸ਼ ਸਿੰਘ ਬਾਦਲ ਕਰਕੇ ਹੀ ਪਾਰਟੀ ਨਾਲ ਜੁੜੇ ਹੋਏ। ਜੇ ਰੁੱਸਦੇ ਵੀ ਸੀ ਤਾਂ ਬਾਦਲ ਵੱਡੇ ਪ੍ਰਕਾਸ਼ ਸਿੰਘ ਬਾਦਲ ਮਨਾ ਲੈਂਦੇ ਸੀ ਵੀ ਇੱਕੇ ਹੋ ਕੇ ਚੱਲੋ, ਜਾਂ ਸੁਖਬੀਰ ਦੀ ਲੀਡਰਸ਼ਿਪ ਨੂੰ ਜੇ ਕੋਈ ਕੁਐਸਚਨ ਕਰਦਾ ਸੀ ਤਾਂ ਉਹ ਕਨਵਿੰਸ ਕਰ ਦਿੱਤਾ। ਤੁਹਾਨੂੰ ਕੀ ਲੱਗਦਾ ਵੀ ਫਿਰ ਤੋਂ ਸਵਾਲ ਉੱਠ ਸਕਦੇ ਨੇ ਸੁਖਬੀਰ ਦੀ ਲੀਡਰਸ਼ਿਪ ਨੂੰ ਲੈ ਕੇ? ਜਿਨ੍ਹਾਂ ਰਿਕਾਰਡ ਸਮਾਂ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ, ਜਿੰਨਾ ਸਮਾਂ ਉਹਨਾਂ ਨੂੰ ਪੰਜਾਬ ਦੇ ਵਿਸ਼ਿਆਂ ਦੇ ਉੱਤੇ ਆਪਣੀ ਗੱਲਬਾਤ ਨੂੰ ਰੱਖਣ ਦਾ ਮੌਕਾ ਮਿਲਿਆ, ਹੋਰ ਕਿਸੇ ਨੂੰ ਮਿਲਿਆ ਵੀ ਨਹੀਂ। ਸੋ ਤੁਸੀਂ ਭਾਵੇਂ ਕ੍ਰੈਡਿਟ ਦੇ ਦਿਓ, ਭਾਵੇਂ ਡਿਸਕ੍ਰੈਡਿਟ ਦੇ ਦਿਓ। ਜੇ ਅੱਜ ਪੰਜਾਬ ਚੰਗਾ ਹੈ, ਪੰਜਾਬ 'ਚ ਕੁਝ ਚੰਗਾ ਹੈ, ਤਾਂ ਤੁਸੀਂ ਉਹਨਾਂ ਦਾ ਸਿਹਰਾ ਵੀ ਫਿਰ ਉਹਨਾਂ ਦੇ ਸਿਰ ਬੰਨੋ। ਪੰਜਾਬ ਦੀ ਸਿਆਸਤ ਦੇ ਅੰਦਰ ਇੱਕ ਯੁੱਗ ਦਾ ਅੰਤ ਹੋਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ। ਉਹਨਾਂ ਦੀ ਉਮਰ 95 ਸਾਲ ਸੀ। ਅੱਜ ਉਹਨਾਂ ਦੇ ਕਰੀਅਰ ਉੱਤੇ, ਉਹਨਾਂ ਦੀ ਲੈਗੇਸੀ ਉੱਤੇ ਤੇ ਅਕਾਲੀ ਦਲ ਦੇ ਭਵਿੱਖ ਉੱਤੇ ਕਰਾਂਗੇ ਗੱਲਬਾਤ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਰਿਤੇਸ਼ ਜੀ, ਪ੍ਰਕਾਸ਼ ਸਿੰਘ ਬਾਦਲ ਉਹ ਟੋਰਿੰਗ ਫਿਗਰ ਜਾਂ ਕਹਿ ਲਓ ਉਹ ਪੁਰਾਣੇ ਅਕਾਲੀ ਲੀਡਰ ਜਿਹੜੇ 50, 60, 70 ਜਿਨ੍ਹਾਂ ਨੇ ਵੱਖ-ਵੱਖ ਮੋਰਚੇ ਲੜੇ ਤੇ ਅਕਾਲੀ ਦਲ ਨੂੰ ਖੜਾ ਕੀਤਾ, ਸੱਤਾ ਸਰਕਾਰ 'ਚ ਲੈ ਕੇ ਆਏ। ਤੇ ਉਹ ਢੀਂਡਸਾ ਸਾਹਿਬ ਤੋਂ ਇਲਾਵਾ ਇਹੀ ਇੱਕ ਜਿਉਂਦੇ ਜੀ ਸੀਗੇ ਤੇ ਹੁਣ ਉਹ ਨਹੀਂ ਰਹੇ। ਤੇ ਸਭ ਤੋਂ ਪਹਿਲਾ ਸਵਾਲ ਉਹਨਾਂ ਦੀ ਲੈਗੇਸੀ ਉੱਤੇ, ਕਿਸ ਤਰ੍ਹਾਂ ਦਾ ਕਰੀਅਰ, ਕਿਵੇਂ ਦੇਖਦੇ ਉਹਨਾਂ ਦੇ ਸਾਰੇ ਕਾਰਜਕਾਲ ਨੂੰ? ਦੇਖੋ ਜੀ, ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਦਾਵਰ ਸ਼ਖਸੀਅਤ ਸੀ। ਨਾ ਸਿਰਫ ਅਕਾਲੀ ਦਲ ਤੇ ਪੰਥਕ ਸਿਆਸਤ ਦੇ ਵਿੱਚ, ਬਲਕਿ ਕੌਮੀ ਰਾਜਨੀਤੀ ਦੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਰੋਲ ਸੀ। ਅੱਜ ਇਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਾਇਆਵਤੀ, ਹੋਰ ਤਮਾਮ ਦੇਸ਼ ਦੀਆਂ ਅਜਿਹੀਆਂ ਪਾਰਟੀਆਂ ਤੇ ਉਹਨਾਂ ਦੇ ਬਹੁਤ ਹੀ ਕਦਾਵਰ ਲੀਡਰਾਂ ਵੱਲੋਂ ਅਕ੍ਰੋਸ ਦ ਪਾਰਟੀ ਲਾਈਨ ਜਿਹੜੇ ਸੁਨੇਹੇ ਆ ਰਹੇ ਨੇ, ਉਹ ਇੱਕ ਸਬੂਤ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ ਕਿਵੇਂ ਦੇਖਿਆ ਜਾਂਦਾ ਸੀ। ਤੇ ਕਿਉਂਕਿ ਸਿੱਖ ਮਾਈਨੋਰਿਟੀ ਦੇ ਇੱਕ ਮਹੱਤਵਪੂਰਨ ਰਾਜਨੀਤਿਕ ਨੇਤਾ ਸੀ, ਸੋ ਉਹਨਾਂ ਦਾ ਰੋਲ ਭਾਰਤ ਦੀ ਸੈਕੂਲਰ ਡੈਮੋਕ੍ਰੇਸੀ ਜਾਂ ਜਿਹਨੂੰ ਕਹਿੰਦੇ ਧਰਮ ਨਿਰਪੱਖ ਰਾਜਨੀਤੀ ਦੇ ਵਿੱਚ ਵੀ ਬੜਾ ਇੰਪੋਰਟੈਂਟ ਸੀ। ਸੋ ਅੱਜ ਇੱਕ ਬੜਾ ਵੱਡਾ ਘਾਟਾ ਤਾਂ ਪਿਆ ਹੀ ਹੈ, ਆਪਾਂ ਜੇ ਉਹਨਾਂ ਮਾਪਦੰਡਾਂ ਨੂੰ ਮੁੱਖ ਰੱਖ ਕੇ ਵੇਖਦੇ ਹਾਂ, ਕਿਉਂਕਿ ਅੱਜ ਸਮਾਂ ਨਹੀਂ ਹੈ ਕਿ ਆਪਾਂ ਕ੍ਰਿਟੀਕਲ ਜ਼ਿਆਦਾ ਗੱਲਬਾਤ ਕਰੀਏ। ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੀ ਰਾਜਨੀਤੀ, ਸੁਖਬੀਰ ਬਾਦਲ ਦੀ ਭੂਮਿਕਾ, ਇਹਨਾਂ ਦੇ ਉੱਤੇ ਜਿਹੜੇ ਕੇਸ ਚੱਲਦੇ ਪਏ ਨੇ। ਈਵਨ 2 ਦਿਨ ਪਹਿਲਾਂ ਇਹਨਾਂ ਦੇ ਖਿਲਾਫ ਇੱਕ ਚਾਰਜਸ਼ੀਟ ਜਿਹੜੀ ਹੈ ਉਹ ਫਾਈਲ ਹੁੰਦੀ ਹੈ, ਸਪਲੀਮੈਂਟਰੀ ਚਾਰਜਸ਼ੀਟ ਚਲਾਨ ਜਿਹੜਾ ਹੈ ਉਹ ਫਾਈਲ ਹੁੰਦਾ ਹੈ ਕਿੰਨੇ 100 ਪੇਜਾਂ ਦਾ। ਸੋ ਉਹ ਸਾਰੇ ਵਿਵਾਦ ਨਾਲ ਦੇ ਨਾਲ ਚੱਲਦੇ ਰਹੇ ਨੇ। ਅਕਾਲੀ ਦਲ ਦੇ ਪੰਥਕ ਕ੍ਰੈਡੈਂਸ਼ੀਅਲਸ ਨੂੰ ਦੇ ਵਿੱਚ ਜਿਹੜੀ ਗਿਰਾਵਟ ਦੇਖੀ ਗਈ, ਉਹਦੇ ਕਈ ਕਾਰਨ ਵੀ ਇਹਨਾਂ ਨੂੰ ਐਟਰੀਬਿਊਟ ਕੀਤੇ ਜਾਂਦੇ ਨੇ। ਲੇਕਿਨ ਅੱਜ ਮੈਨੂੰ ਲੱਗਦਾ ਸਮਾਂ ਹੈ ਕਿ ਯਾਦ ਇਹ ਕੀਤਾ ਜਾਏ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੰਟਰੀਬਿਊਟ ਕੀ ਕੀਤਾ। ਸੋ ਮੈਨੂੰ ਲੱਗਦਾ ਕਿ ਅਕਾਲੀ ਦਲ ਦੀ ਰਾਜਨੀਤੀ ਨੂੰ ਇੱਕ ਮੋਡਰੇਸ਼ਨ ਵਾਲੇ ਪਾਸੇ ਤੋਰਨ ਦੇ ਵਿੱਚ ਉਹਨਾਂ ਦਾ ਇੱਕ ਯੋਗਦਾਨ ਸੀ, ਜੋ ਕਿ ਪੰਜਾਬ ਦੇ ਭਾਈਚਾਰੇ ਲਈ ਬੜਾ ਜ਼ਰੂਰੀ ਸੀ। ਸੋ ਮੈਨੂੰ ਲੱਗਦਾ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਆਪਾਂ ਉਸ ਨਜ਼ਰੀਏ ਦੇ ਨਾਲ ਦੇਖੀਏ ਤਾਂ ਇੱਕ ਬਹੁਤ ਵੱਡਾ ਉਹਨਾਂ ਦਾ ਅਹਿਮ ਬਾਈਂਡਿੰਗ ਫੈਕਟਰ, ਜਿਹਨੂੰ ਕਹਿੰਦੇ ਹਿੰਦੂ ਤੇ ਸਿੱਖ ਭਾਈਚਾਰੇ ਨੂੰ ਪੰਜਾਬ ਦੇ ਵਿੱਚ, ਜਿਵੇਂ ਬੀਜੇਪੀ ਦੇ ਨਾਲ ਠੀਕ ਹੈ ਉਹ ਇੱਕ ਰਾਜਨੀਤਿਕ ਗੱਠਜੋੜ ਸੀ, ਲੇਕਿਨ ਉਸਨੇ ਪੰਜਾਬ ਨੂੰ ਕਈ ਦਹਾਕੇ ਜਾਂ ਕਈ ਸਾਲ ਤੱਕ ਅਜਿਹੀਆਂ ਸਰਕਾਰਾਂ ਦਿੱਤੀਆਂ। ਈਵਨ ਚਾਹੇ ਉਹਨਾਂ ਦੀ ਸਰਕਾਰ ਨਹੀਂ ਵੀ ਰਹੀ, ਇੱਕ ਸਟੇਬਿਲਿਟੀ ਜਿਹੜੀ ਸੀ ਉਸ ਧਾਰਮਿਕ ਸਮੁਦਾਇਕ ਪੱਖੋਂ ਰਹੀ। ਸੋ ਇੱਕ ਇਹ ਬੜਾ ਵੱਡਾ ਰੀਜ਼ਨ ਤੇ ਐਟਰੀਬਿਊਟ ਉਹਨਾਂ ਦੇ ਨਾਲ ਜੋੜ ਕੇ ਵੇਖਿਆ ਜਾਂਦਾ, ਜਿਸ ਕਾਰਨ ਕਿ ਕੌਮੀ ਪੱਧਰ ਤੇ ਵੀ ਉਹਨਾਂ ਦੀ ਜਿਹੜੀ ਪਛਾਣ ਹੈ ਜਾਂ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਉਸ ਲੈਵਲ 'ਤੇ ਉੱਭਰ ਪਾਈ। ਜਿਵੇਂ ਕਿ ਤੁਸੀਂ ਕਿਹਾ ਕੌਮੀ ਪੱਧਰ ਅਤੇ ਨੈਸ਼ਨਲ ਲੈਵਲ ਤੱਕ ਉਹਨਾਂ ਦਾ ਕਲਾਊਡ ਸੀ। ਵੱਡੇ ਵੱਡੇ ਜਿਹੜੇ ਲੀਡਰ ਨੇ, ਮੌਜੂਦਾ ਪ੍ਰਧਾਨ ਮੰਤਰੀ ਵੀ ਉਹਨਾਂ ਦੀ ਗੱਲ ਮੰਨਦੇ ਸੀ, ਸੁਣਦੇ ਸੀ। ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹ ਜਿਹਾ ਕੱਦਵਾਰ ਲੀਡਰ ਕੋਈ ਅਕਾਲੀ ਦਲ 'ਚ ਹੈ ਨਹੀਂ ਗਾ। ਤਾਂ ਉਸ ਤਰ੍ਹਾਂ ਜੇ ਦੇਖਿਆ ਵਾ ਉਹਦੇ ਫਿਊਚਰ ਬਾਰੇ ਤੁਹਾਨੂੰ ਕੀ ਲੱਗਦਾ ਹੈਗਾ, ਜੇ ਰੀਜਨਲ ਲੈਵਲ 'ਤੇ ਵੀ ਗੱਲ ਕੀਤੀ ਜਾਵੇ, ਨੈਸ਼ਨਲ ਲੈਵਲ 'ਤੇ ਵੀ ਗੱਲ ਕੀਤੀ ਜਾਵੇ? ਬੜਾ ਅੱਛਾ ਸਵਾਲ ਹੈ ਤੁਹਾਡਾ ਕਿ ਭਵਿੱਖ ਕੀ ਹੈ। ਦੇਖੋ, ਭਵਿੱਖ ਤੇ ਹੀ ਚਿੰਤਾ ਹੈ। ਈਵਨ ਉਹਨਾਂ ਦੇ ਹੁੰਦਿਆਂ ਹੋਇਆਂ ਵੀ ਇਹ ਚਿੰਤਾਵਾਂ ਰਹੀਆਂ ਕਿ ਹੁਣ ਕੀ ਹੋਏਗਾ ਅਕਾਲੀ ਦਲ ਦਾ। ਹੁਣ ਤਾਂ ਪਾਰਟੀ ਦੀ ਕਮਾਨ ਸੁਖਬੀਰ ਸਿੰਘ ਬਾਦਲ ਕੋਲ ਹੈ ਤੇ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਤਬੀਅਤ ਵੀ ਪਿਛਲੇ ਕਈ ਸਾਲਾਂ ਤੋਂ ਠੀਕ ਨਹੀਂ ਚੱਲ ਰਹੀ। ਪਹਿਲਾਂ ਵੀ 2-3 ਵਾਰ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਹਸਪਤਾਲਾਂ ਦੇ ਵਿੱਚ, ਦਿੱਕਤਾਂ ਰਹੀਆਂ ਉਹਨਾਂ ਨੂੰ। ਸੋ ਐਕਟਿਵ ਨਹੀਂ ਸਨ, ਜ਼ਿਆਦਾ ਉਹ ਰੋਲ ਪਲੇ ਨਹੀਂ ਕਰ ਪਾ ਰਹੇ ਸਨ। ਲੇਕਿਨ ਜਦ ਤੱਕ ਉਹਨਾਂ ਦੀ ਹੋਂਦ ਸੀ, ਯਾਨੀ ਕਿ ਉਹ ਜਿਉਂਦੇ ਸਨ, ਤਦ ਤੱਕ ਇੱਕ ਕਹਿ ਦਿੰਦੇ ਕਿ ਪਾਰਟੀ ਦੇ ਉੱਤੇ ਵੀ ਇੱਕ ਅਜਿਹਾ ਸਾਇਆ ਸੀ, ਕਹਿ ਲਈਏ ਆਸ਼ੀਰਵਾਦ ਕਹਿ ਲਓ ਜਾਂ ਉਹਨਾਂ ਦੀ ਛਤਰ ਛਾਇਆ ਕਹਿ ਲਓ।
ਕਾਫੀ ਪਾਰਟੀ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦੀ ਸੀ। ਇੱਕ ਜਿਹੜਾ ਸਿਧਾਂਤਕ ਮੂਲ ਹੁੰਦੇ ਨੇ ਜਾਂ ਵੈਲਿਊਜ਼ ਹੁੰਦੀਆਂ ਨੇ, ਉਹ ਅਜਿਹੇ ਲੀਡਰਾਂ ਦੀ ਵਜ੍ਹਾ ਨਾਲ, ਉਹਨਾਂ ਦੀ ਦਿੱਖ ਦੀ ਵਜ੍ਹਾ, ਭਾਵੇਂ ਉਹ ਸਿਧਾਂਤਕ ਪੱਖੋਂ ਕਿੰਨਾ ਉਹ ਪਹਿਰਾ ਦੇ ਪਾਏ ਨਹੀਂ ਪਹਿਰਾ ਦੇ ਪਾਏ, ਉਹ ਇੱਕ ਅਲੱਗ ਵਿਵਾਦ ਦਾ ਵਿਸ਼ਾ ਹੈ। ਆਪਾਂ ਉਸ ਉੱਤੇ ਕਈ ਸੰਦਰਭਾਂ 'ਚ ਗੱਲ ਕੀਤੀ ਹੈ। ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਜਿਹੜਾ ਇੱਕ ਮੰਥਨ ਚਿੰਤਨ ਪਿੱਛੇ ਹੋਇਆ ਵੀ ਜਾਂ ਦਿਖਾਇਆ ਗਿਆ ਵੀ ਹੋਇਆ, ਲੇਕਿਨ ਨਿਕਲਿਆ ਕੁਝ ਵੀ ਨਹੀਂ ਉਹਦੇ ਵਿੱਚ। ਸੋ ਉਹ ਜਦੋਂ ਗੱਲਾਂ ਬਾਤਾਂ ਉੱਠਦੀਆਂ ਨੇ ਕਿ ਪਾਰਟੀ ਦਾ ਆਈਡੀਓਲੋਜੀਕਲ ਬੇਸ ਅੱਜ ਕਿੱਥੇ ਖੜਦਾ ਹੈ, ਆਪਣੀਆਂ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਕੋਈ ਪਾਰਟੀ ਨੇ ਭੁੱਲਿਆ ਇਹਨਾਂ ਸਾਲਾਂ ਦੇ ਵਿੱਚ, ਜਦ ਤੱਕ ਉਹਨਾਂ ਨੇ ਸੱਤਾ ਦਾ ਜਿਹੜਾ ਸੁੱਖ ਸੀ ਹਾਸਲ ਕੀਤਾ, ਇਹ ਸਾਰੇ ਵਿਵਾਦ ਜੁੜਦੇ ਨੇ ਕਿ ਹੀ ਸੁਪਰਵਾਈਜ਼ ਦਾ ਹੋਲ, ਜਿਹਨੂੰ ਆਪਾਂ ਨਿਗਾਰ ਕਹਿੰਦੇ ਹਾਂ, ਉਹ ਵੀ ਉਹਨਾਂ ਦੇ ਹੀ ਕਾਰਜਕਾਲਾਂ ਦੌਰਾਨ ਹੋਇਆ ਨਾ, ਜਿੰਨੇ ਵਿਵਾਦ ਖੜੇ ਹੋਏ। ਲੇਕਿਨ ਇਹ ਜ਼ਰੂਰ ਹੈ ਕਿ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਮੋਡਰੇਸ਼ਨ ਦੀ ਇੱਕ ਬੜੀ ਵੱਡੀ ਲੋੜ ਤੇ ਗੁੰਜਾਇਸ਼ ਹਮੇਸ਼ਾ ਰਹੀ ਹੈ। ਇੱਕ ਐਕਸਟ੍ਰੀਮ ਵਾਲੇ ਪਾਸੇ ਤੁਰਦਾ ਰਿਹਾ ਪੰਜਾਬ ਦਾ, ਖਾਸ ਕਰਕੇ ਅਕਾਲੀ ਜਿਹੜੀ ਪੋਲੀਟਿਕਸ ਹੈ ਐਕਸਟ੍ਰੀਮ ਦੀ ਪੋਲੀਟਿਕਸ ਹੀ ਮੰਨੀ ਗਈ ਹੈ ਸ਼ੁਰੂ ਤੋਂ। ਉਹ ਸ਼ੁਰੂਆਤ ਹੀ ਉਸ ਦੀ ਐਕਸਟ੍ਰੀਮ ਪੋਲੀਟਿਕਸ ਤੋਂ ਹੋਈ ਸੀ, ਲੇਕਿਨ ਉਸ ਨੂੰ ਉਹਨਾਂ ਨੇ ਇੱਕ ਮੋਡਰੇਸ਼ਨ ਵਾਲੇ ਪਾਸੇ ਤੋਰਿਆ। ਫਿਰ ਜਿਹੜਾ ਗਠਬੰਧਨ ਹੋਇਆ ਬੀਜੇਪੀ ਦੇ ਨਾਲ, ਹੈ ਨਾ, ਉਹ ਸਾਰੀਆਂ ਚੀਜ਼ਾਂ ਬੜੇ ਲੌਂਗ ਟਰਮ ਤੱਕ ਲਿਜਾਂਦੀਆਂ ਨੇ ਪੂਰੀ ਗੱਲਬਾਤ ਨੂੰ। ਸੋ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਨਾ ਹੋਣਾ, ਹੁਣ ਜਿਹੜਾ ਤੁਹਾਡਾ ਸਵਾਲ ਮੇਨ ਤਾਂ ਇਹ ਵੀ ਅਕਾਲੀ ਦਲ ਲਈ ਕੀ ਹੈ। ਅਕਾਲੀ ਦਲ ਲਈ ਚਿੰਤਾਵਾਂ ਤੇ ਸੰਕਟ ਪਹਿਲਾਂ ਸੀ, ਹੁਣ ਮੈਨੂੰ ਲੱਗਦਾ ਉਹ ਸੰਕਟ ਹੋਰ ਗਹਿਰਾ ਹੈ। ਪਾਰਟੀ ਦਾ ਮਾਰਗਦਰਸ਼ਨ ਕਰਨਾ, ਤੇ ਪਾਰਟੀ ਈਵਨ ਉਹਨਾਂ ਦੇ ਜਿਉਂਦੇ ਰਹਿੰਦਿਆਂ ਹੋਇਆਂ ਵੀ ਪਾਰਟੀ ਲਈ ਇੱਕ ਚੈਲੰਜ ਸੀ ਵੀ ਕਿ ਉਹਨਾਂ ਨੂੰ ਸੁਣਿਆ ਵੀ ਜਾ ਰਿਹਾ, ਉਹਨਾਂ ਦੀ ਗੱਲਬਾਤ ਨੂੰ ਕੋਈ ਤਰਜੀਹ ਵੀ ਦੇ ਰਿਹਾ ਜਾਂ ਨਹੀਂ ਦੇ ਰਿਹਾ। ਸੋ ਹੁਣ ਤਾਂ ਜਦੋਂ ਉਹ ਖੁਦ ਹੀ ਨਹੀਂ ਹੈਗੇ ਨੇ, ਤਾਂ ਫਿਰ ਉਹ ਇੱਕ ਛਤਰ ਛਾਇਆ ਇੱਕ ਤਰੀਕੇ ਦੇ ਨਾਲ ਹਟ ਜਾਂਦੀ ਹੈ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੀ ਇਜ਼ ਔਨ ਹਿਜ਼ ਓਨ। ਉਹ ਹੁਣ ਕਿਹੜੇ ਲੀਡਰਾਂ ਨੂੰ ਅੱਗੇ ਆਪਣਾ ਚਾਨਣ ਮੁਨਾਰਾ ਬਣਾ ਕੇ ਤੁਰ ਸਕਦੇ ਨੇ, ਕਿਉਂਕਿ ਆਈਡੀਓਲੋਜੀਕਲ ਸਮਝ ਜਾਂ ਗ੍ਰਿਪ ਦੇ ਪੱਖੋਂ ਸੁਖਬੀਰ ਬਾਦਲ ਦੀ ਸਿੱਖ ਅਫੇਅਰਸ ਦੇ ਉੱਤੇ, ਪੰਥਕ ਮਾਮਲਿਆਂ ਦੇ ਉੱਤੇ ਪਕੜ ਹੈ ਨਹੀਂ ਕੋਈ। ਅਕਾਲੀ ਦਲ ਦੇ ਪ੍ਰਧਾਨ ਉਹ ਬੇਸ਼ੱਕ ਹੈਗੇ ਨੇ, ਲੇਕਿਨ ਉਹਨਾਂ ਦਾ ਪਿਛਲੇ ਤਕਰੀਬਨ 10, 11, 12 ਸਾਲਾਂ ਦਾ ਜਿਹੜਾ ਵੀ ਬੈਕਗਰਾਊਂਡ ਰਿਹਾ, ਜ਼ਿਆਦਾ ਸਾਲਾਂ ਦਾ ਐਜ਼ ਏ ਅਕਾਲੀ ਦਲ ਪ੍ਰਧਾਨ, ਉਹ ਬੜਾ ਹੀ ਮਤਲਬ ਉਹਦੇ ਵਿੱਚ ਕੋਈ ਅਜਿਹੇ ਡਿਸੀਜਨ ਨਹੀਂ, ਕੋਈ ਅਜਿਹੀਆਂ ਗੱਲਾਂ ਬਾਤਾਂ ਦਿਸੀਆਂ ਨਹੀਂ। ਸੋ ਇਨ ਦੀ ਐਬਸੈਂਸ ਆਫ ਪ੍ਰਕਾਸ਼ ਸਿੰਘ ਬਾਦਲ ਇਟ ਬਿਕਮਸ ਆਲ ਦਾ ਮੋਰ ਵਿਜ਼ੀਬਲ। ਉਹ ਚੀਜ਼ਾਂ ਹੋਰ ਦਿਸਣਗੀਆਂ। ਹਜੇ ਤੱਕ ਉਹ ਚੀਜ਼ ਦਿਸਦੀ ਨਹੀਂ ਸੀ, ਲੇਕਿਨ ਹੁਣ ਉਹ ਚੀਜ਼ ਹੋਰ ਨਿਖਰ ਕੇ ਸਾਹਮਣੇ ਆਏਗੀ। ਤਾਂ ਮੈਨੂੰ ਲੱਗਦਾ ਇਟਸ ਗੋਇੰਗ ਟੂ ਬੀ ਅ ਚੈਲੰਜ ਫॉर ਅਕਾਲੀ ਦਲ ਕਿ ਉਹ ਰੀਕਨਸਾਈਲ ਕਿਵੇਂ ਕਰਦੇ ਨੇ ਇਸ ਲਾਸ ਦੇ ਨਾਲ, ਜੋ ਕਿ ਅਦਰਵਾਈਜ਼ ਇੱਕ ਨਾਰਮਲ ਲਾਸ ਹੈ। 95 ਸਾਲ ਦੀ ਉਮਰ ਬਹੁਤ ਹੁੰਦੀ ਹੈ। ਸੋ ਆਪਾਂ ਦੇਖਦੇ ਹਾਂ ਕਿ ਮਤਲਬ ਇੱਕ ਬਹੁਤ ਲੰਮਾ ਸਮਾਂ ਇੰਨੇ ਉਮਰ ਦਰਾਜ਼ ਹੋਣ ਤੋਂ ਬਾਅਦ ਇੱਥੇ ਚੰਗਾ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀਆ। ਕੋਈ ਅਜਿਹਾ ਇਹ ਠੀਕ ਹੈ, ਇਸ ਨੂੰ ਰਾਜਨੀਤੀ ਦੇ ਪੱਖੋਂ ਘਾਟਾ ਵਗੈਰਾ ਕਹਿਣਾ ਇੱਕ ਰਸਮੀ ਗੱਲਾਂ ਬਾਤਾਂ ਹੁੰਦੀਆਂ ਨੇ, ਲੇਕਿਨ ਆਪਣੀ ਪੂਰੀ ਜ਼ਿੰਦਗੀ ਹੰਢਾ ਕੇ ਗਏ, ਸਾਰੇ ਸੁੱਖ ਉਹ ਮਾਣ ਕੇ ਗਏ। ਜਿੰਨੀ ਵਾਰ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ, ਲਗਾਤਾਰ ਬੈਕ ਟੂ ਬੈਕ ਵੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ। ਸੋ ਉਹ ਸਭ ਕੁਝ ਕੰਪਲੀਟ ਸੀ, ਉਹਨਾਂ ਦੀ ਜ਼ਿੰਦਗੀ, ਲਾਈਫ ਕੰਪਲੀਟ ਸੀ, ਕੁਝ ਅਧੂਰਾ ਨਹੀਂ ਮੈਨੂੰ ਲੱਗਾ ਰਿਹਾ। ਸੋ ਉਸ ਹਿਸਾਬ ਨਾਲ ਤਾਂ ਠੀਕ ਹੈ, ਹੀ ਹੈਜ਼ ਲਿਵਡ ਹਿਜ਼ ਲਾਈਫ ਥਰੂ ਐਂਡ ਹੀ ਡਾਈਡ। ਅਤੇ ਠੀਕ ਹੈ, ਇਹ ਚੀਜ਼ ਇੱਕ ਅਫਸੋਸ ਦਾ ਇੱਕ ਕਾਰਨ ਹੋ ਸਕਦੀ ਹੈ, ਲੇਕਿਨ ਇਹ ਗੱਲ ਫੈਕਟ ਹੈ ਕਿ ਉਹੋ ਜਿਹੇ ਲੀਡਰਾਂ ਦੀ ਲੋੜ ਪੰਜਾਬ ਨੂੰ ਰਹੀ ਹੈ ਕੁਝ ਸੰਦਰਭਾਂ ਦੇ ਵਿੱਚ, ਕਈ ਕੰਟੈਕਸਟ ਦੇ ਵਿੱਚ, ਈਵਨ ਇੰਡੀਆ ਨੂੰ ਰਹੀ ਹੈ ਤੇ ਰਹੇਗੀ। ਹੁਣ ਭਵਿੱਖ ਦੇ ਵਿੱਚ ਇਹੋ ਜਿਹੇ ਲੀਡਰ ਪੰਜਾਬ ਦੇ ਵਿੱਚ ਉੱਭਰ ਪਾਉਣਗੇ, ਇਹ ਵੇਖਣਾ ਬਾਕੀ ਰਹੇਗਾ। ਤੁਹਾਡੀ ਵੀ, ਕਿਉਂਕਿ ਤੁਸੀਂ ਬਹੁਤ ਲੰਬੇ ਚਿਰ ਤੋਂ ਕਵਰ ਕਰਦੇ ਆਏ ਹੋ, ਤੁਹਾਡੀ ਵੀ ਕੋਈ ਇੰਟਰੈਕਸ਼ਨ ਹੋਈ ਹੋਊਗੀ ਜਿਸ ਤਰ੍ਹਾਂ ਉਹਨਾਂ ਨਿੱਘਾ ਸੁਭਾਅ ਸੀ ਇਨ ਟਰਮਸ ਆਫ ਐਟਰੀਬਿਊਸ਼ਨ ਟੂਵਰਡ ਜਰਨਲਿਸਟ ਜਾਂ ਕਿਸੇ ਵੀ ਵਿਅਕਤੀ ਵੱਲ, ਕਹਿੰਦੇ ਕਾਕਾ ਜੀ ਕਰਕੇ ਬਹੁਤ ਬੁਲਾਉਂਦੇ ਹੁੰਦੇ ਸੀ। ਹਾਂ ਬਿਲਕੁਲ ਬਿਲਕੁਲ, ਕਈ ਵਾਰ ਮੌਕੇ ਮਿਲੇ, ਕਈ ਵਾਰ ਉਹਨਾਂ ਦੇ ਇੰਟਰਵਿਊਜ਼ ਕੀਤੇ। ਸੋ ਆਖਿਰੀ ਮੇਰੀ ਇੰਟਰੈਕਸ਼ਨ ਉਹਨਾਂ ਦੇ ਨਾਲ ਸੀ 2018 ਸਤੰਬਰ 3 2018 ਨੂੰ ਮੈਂ ਉਹਨਾਂ ਦੀ ਇੰਟਰਵਿਊ ਕੀਤੀ ਸੀ। ਬੇਸਿਕਲੀ ਇਹ ਬੇਅਦਬੀਆਂ ਦੇ ਕੇਸ ਦੇ ਵਿੱਚੋਂ ਇਕਲੌਤੀ ਇੰਟਰਵਿਊ ਹੀ ਸੀ ਜੋ ਕਿ ਉਹਨਾਂ ਨੇ ਦਿੱਤੀ, ਮੈਨੂੰ ਵੀ ਦਿੱਤੀ ਸੀ। ਮੈਂ ਨਿਊਜ਼ 18 'ਚ ਉਸ ਵਕਤ ਕੰਮ ਕਰ ਰਿਹਾ ਸੀ। ਸੋ ਉਸ ਵਕਤ ਉਹਨਾਂ ਦੀ ਇੰਟਰਵਿਊ ਕੀਤੀ ਸੀ, ਕਿਉਂਕਿ ਉਸ ਵਕਤ ਬਹੁਤ ਪੀਕ ਦੇ ਉੱਤੇ ਸੀਗਾ ਵਿਵਾਦ, ਅਤੇ ਉਸ ਵਕਤ ਮੇਰੀ ਆਖਿਰੀ ਉਹਨਾਂ ਦੇ ਨਾਲ ਇੰਟਰੈਕਸ਼ਨ ਹੋਈ ਸੀ। ਉਸ ਤੋਂ ਬਾਅਦ ਤਾਂ ਕੋਈ ਇੰਟਰੈਕਸ਼ਨ ਦਾ ਮੌਕਾ ਨਹੀਂ ਮਿਲਿਆ ਮੈਨੂੰ, ਲੇਕਿਨ ਉਸ ਤੋਂ ਪਹਿਲਾਂ ਬਹੁਤ ਹੁੰਦੀਆਂ ਰਹੀਆਂ। ਵੀ ਹੈਵ ਸੀਨ ਹਿਮ ਥਰੂ ਉਹ ਤਮਾਮ ਜਿਹੜੇ ਔਖਾ ਦੌਰ ਸੀ, ਜਿਸ ਦੌਰਾਨ ਮਤਲਬ ਤਕਰੀਬਨ 5 ਸਾਲ ਤਾਂ ਬਹੁਤ ਔਖੇ ਸੀਗੇ, ਅਤੇ ਉਸ ਦੌਰਾਨ ਮੈਂ ਕਾਫੀ ਉਹਨਾਂ ਨੂੰ ਦੇਖਣ ਦਾ, ਸਮਝਣ ਦਾ ਮੌਕਾ ਵੀ ਮਿਲਿਆ। ਕਿਉਂਕਿ ਆਦਮੀ ਦੀ ਅਸਲੀ ਪਰਖ ਉਸ ਵਕਤ ਵੀ ਹੋ ਰਹੀ ਹੁੰਦੀ ਜਦੋਂ ਉਹਦਾ ਮਾੜਾ ਟਾਈਮ ਚੱਲ ਰਿਹਾ ਹੁੰਦਾ ਹੈ, ਅਤੇ ਇਹਨਾਂ ਦਾ ਮਾੜਾ ਟਾਈਮ 2002 ਤੋਂ 7 ਤੱਕ ਸੀ, ਜਦੋਂ ਇਹਨਾਂ ਦੇ ਖਿਲਾਫ ਮੁਕੱਦਮੇ ਵਗੈਰਾ ਦਰਜ ਹੋਏ। ਉਸ ਤੋਂ ਬਾਅਦ ਤਾਂ ਇਹਨਾਂ ਨੇ 10 ਸਾਲ ਬਹੁਤ ਚੰਗਾ ਸਮਾਂ ਕੱਟਿਆ, ਸਰਕਾਰਾਂ ਰਹੀਆਂ ਇਹਨਾਂ ਦੀ, ਤਾਂ ਉਸ ਵਕਤ ਇਹਨਾਂ ਨੂੰ ਕੋਈ ਦਿੱਕਤ ਨਹੀਂ ਸੀ। ਲੇਕਿਨ 2002 ਤੋਂ 7 ਤੱਕ ਦਾ ਇੱਕ ਡਿਫਿਕਲਟ ਟਾਈਮ ਸੀ। ਜੇਲ੍ਹਾਂ 'ਚ ਗਏ, ਜੇਲ੍ਹ ਹੋਈ ਇਹਨਾਂ ਨੂੰ, ਭ੍ਰਿਸ਼ਟਾਚਾਰ ਦੇ ਕੇਸਾਂ ਜੇਲ੍ਹ ਹੋਈ। ਉਸ ਸਮੇਂ ਦੇ ਵਿੱਚ ਆਈ ਵਾਜ਼ ਇੰਟਰੈਕਟਿੰਗ ਵਿਦ ਹਿਮ ਆਲਸੋ। ਸੋ ਚੰਗੀ ਪਛਾਣ ਸੀ, ਗਹਿਰੀ ਮੈਮਰੀ ਸੀ, ਮਤਲਬ ਲੋਕਾਂ ਨੂੰ ਪਛਾਣਨ ਦੀ। ਅਤੇ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਸਮੇਂ ਉੱਤੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਸੀ ਉਹ ਪਛਾਣ ਲੈਂਦੇ ਸੀ ਬੰਦਾ, ਅਤੇ ਜਦੋਂ ਲੋੜ ਨਹੀਂ ਹੁੰਦੀ ਸੀ ਭੁੱਲ ਵੀ ਜਾਂਦੇ ਸੀਗੇ। ਸੋ ਇੱਕ ਚੰਗੇ ਪੋਲੀਟੀਸ਼ੀਅਨ, ਇਹਨੂੰ ਕਹਿੰਦਾ ਵੀ ਇੱਕ ਸਿਆਸਤ ਦੇ ਕਈ ਗੁਰ ਹੁੰਦੇ ਨੇ, ਕਿਹੜੀਆਂ ਚੀਜ਼ਾਂ ਨੂੰ ਕਿਸ ਸਮੇਂ ਯਾਦ ਰੱਖਣਾ, ਇਗਨੋਰ ਕਰਨਾ ਹੈ। ਸੋ ਇੱਕ ਸ਼ਰੂਡ ਪੋਲੀਟੀਸ਼ੀਅਨ ਦੇ ਰੂਪ ਵਿੱਚ ਵੀ ਉਹਨਾਂ ਨੂੰ ਸਮਝਿਆ ਜਾਏਗਾ, ਜਾਣਿਆ ਜਾਏਗਾ, ਕਿਉਂਕਿ ਉਹ ਇੱਕ
ਕਾਗਰ ਰਾਜਨੀਤਿਕ ਸਿਆਸਤਦਾਨ ਵੀ ਸੀ, ਇਹਦੇ ਵਿੱਚ ਵੀ ਕੋਈ ਅਜਿਹੀ ਦੋਰਾਵਾਂ ਨਹੀਂ ਹੈਗੀਆਂ। ਤੇ ਸ਼ਾਇਦ ਇਹੀ ਕਾਰਨ ਸੀ ਕਿ ਇਹਨਾਂ ਲੰਮਾ ਸਮਾਂ ਅਕਾਲੀ ਦਲ ਸਸਟੇਨ ਕਰ ਪਾਇਆ ਪੰਜਾਬ ਦੇ ਵਿੱਚ, ਤੇ ਉਹ ਸਰਕਾਰਾਂ ਬਣਾ ਪਾਏ, ਜੋ ਕਿ ਮੈਨੂੰ ਲੱਗਦਾ ਅਜੇ ਤੱਕ ਰਿਕਾਰਡ ਕਿਸੇ ਦੇ ਨਾਂ ਨਹੀਂ ਹੈ। ਤੇ ਇਹ ਰਿਕਾਰਡ ਤੋੜਨਾ, ਇਹਦੇ ਨੇੜੇ ਵੀ ਪਹੁੰਚਣਾ, ਕੋਈ ਲੀਡਰ ਐਡੇ ਲੰਮੇ ਸਮੇਂ ਤੱਕ ਰਾਜਨੀਤੀ ਵਿੱਚ ਸਰਵਾਈਵ ਕਰੇਗਾ ਉਹ ਸੋਚ ਵੀ ਨਹੀਂ ਸਕਦਾ ਮੈਨੂੰ ਲੱਗਦਾ। ਤੇ ਮੁੱਖ ਮੰਤਰੀ ਬਣ ਜਾਏਗਾ 5 ਵਾਰ ਬੈਕ ਟੂ ਬੈਕ 3 ਟਰਮਸ ਪੂਰੀਆਂ ਕਰੇਗਾ। ਸੋ ਦੈਟਸ ਅ ਬਿਗ ਅਚੀਵਮੈਂਟ, ਮੈਂ ਕਹਾਂਗਾ ਬੜੀ ਵੱਡੀ ਪ੍ਰਾਪਤੀ ਸੀ ਜੇ ਉਹ ਇੱਕ ਕਰ ਪਾਏ, ਬੀਇੰਗ ਇੰਨੀ ਛੋਟੀ ਰੀਜਨਲ ਪਾਰਟੀ ਦੇ ਇੱਕ ਲੀਡਰ ਹੋਣ ਦੇ ਨਾਤੇ। ਜਿਵੇਂ ਕਿ ਵਿਰੋਧੀ ਵੀ ਜਿਹੜੇ ਲੀਡਰ ਹੈਗੇ ਆ ਸਾਰੇ ਉਹਨਾਂ ਦੀ ਸਿਫਤਾਂ ਕਰ ਰਹੇ ਨੇ, ਜਿਸ ਤਰ੍ਹਾਂ ਦਾ ਨੇਚਰ ਸੀ, ਸੁਭਾਅ ਸੀਗਾ। ਤੇ ਬਹੁਤ ਸਾਰੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ, ਜਿਹੜੇ ਸੀਨੀਅਰ ਲੀਡਰ ਹੈਗੇ ਨੇ, ਉਹ ਬਾਦਲ ਪ੍ਰਕਾਸ਼ ਸਿੰਘ ਬਾਦਲ ਕਰਕੇ ਹੀ ਪਾਰਟੀ ਨਾਲ ਜੁੜੇ ਹੋਏ। ਜੇ ਰੁੱਸਦੇ ਵੀ ਸੀ ਤਾਂ ਬਾਦਲ ਵੱਡੇ ਪ੍ਰਕਾਸ਼ ਸਿੰਘ ਬਾਦਲ ਮਨਾ ਲੈਂਦੇ ਸੀ ਵੀ ਇੱਕੇ ਹੋ ਕੇ ਚੱਲੋ, ਜਾਂ ਸੁਖਬੀਰ ਦੀ ਲੀਡਰਸ਼ਿਪ ਨੂੰ ਜੇ ਕੋਈ ਕੁਐਸਚਨ ਕਰਦਾ ਸੀ ਤਾਂ ਉਹ ਕਨਵਿੰਸ ਕਰ ਦਿੱਤਾ। ਤੁਹਾਨੂੰ ਕੀ ਲੱਗਦਾ ਵੀ ਫਿਰ ਤੋਂ ਸਵਾਲ ਉੱਠ ਸਕਦੇ ਨੇ ਸੁਖਬੀਰ ਦੀ ਲੀਡਰਸ਼ਿਪ ਨੂੰ ਲੈ ਕੇ, ਜਾਂ ਉਹ ਪਾਰਟੀਆਂ ਛੱਡ ਵੀ ਸਕਦੇ ਨੇ, ਜਾਂ ਇਹੋ ਜਿਹਾ ਕੁਝ ਹੋ ਸਕਦਾ? ਬਿਲਕੁਲ, ਇਹ ਇਲਜ਼ਾਮ ਤਾਂ ਉਹਨਾਂ ਦੇ ਜਿਉਂਦਿਆਂ ਜੀ ਵੀ ਰਹੇ ਤੇ ਬਾਅਦ 'ਚ ਵੀ ਰਹਿਣਗੇ, ਹੈ ਨਾ। ਇਹ ਕਿਹਾ ਗਿਆ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਜ਼ਿਆਦਾ ਤਰਜੀਹ ਦਿੱਤੀ, ਤੇ ਫੈਕਟ ਵੀ ਹੈ। ਆਪਣੇ ਪਰਿਵਾਰ ਨੂੰ, ਉਹ ਪਰਿਵਾਰ ਜ਼ਿਆਦਾ ਵਧਿਆ ਫੁੱਲਿਆ, ਕੀ ਪੰਜਾਬ ਉਹਨਾਂ ਫੁੱਲਿਆ, ਕਿਉਂਕਿ ਜਿੰਨਾ ਰਿਕਾਰਡ ਸਮਾਂ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ, ਜਿੰਨਾ ਸਮਾਂ ਉਹਨਾਂ ਨੂੰ ਪੰਜਾਬ ਦੇ ਵਿਸ਼ਿਆਂ ਦੇ ਉੱਤੇ ਆਪਣੀ ਗੱਲਬਾਤ ਨੂੰ ਰੱਖਣ ਦਾ ਮੌਕਾ ਮਿਲਿਆ, ਹੋਰ ਕਿਸੇ ਨੂੰ ਮਿਲਿਆ ਵੀ ਨਹੀਂ। ਸੋ ਤੁਸੀਂ ਭਾਵੇਂ ਕ੍ਰੈਡਿਟ ਦੇ ਦਿਓ, ਭਾਵੇਂ ਡਿਸਕ੍ਰੈਡਿਟ ਦੇ ਦਿਓ, ਜੇ ਅੱਜ ਪੰਜਾਬ ਚੰਗਾ ਹੈ, ਪੰਜਾਬ 'ਚ ਕੁਝ ਚੰਗਾ ਹੈ, ਤਾਂ ਤੁਸੀਂ ਉਹਨਾਂ ਦਾ ਸਿਹਰਾ ਵੀ ਫਿਰ ਉਹਨਾਂ ਦੇ ਸਿਰ ਬੰਨੋ। ਤੇ ਪੰਜਾਬ ਦੀਆਂ ਜੋ ਨਿਯਮਤਾਂ ਹੈਗੀਆਂ ਨੇ, ਜੋ ਪੰਜਾਬ ਦੀਆਂ ਲਾਹਨਤਾਂ ਹੈਗੀਆਂ ਨੇ, ਉਹ ਵੀ ਫਿਰ ਉਹਨਾਂ ਨੂੰ ਹੀ, ਮਤਲਬ ਯੂ ਗੈਟ ਦ ਬ੍ਰਿਕਸ ਐਂਡ ਦ ਬੁਕੇਸ ਟੂਗੈਦਰ, ਆਲ ਟੂਗੈਦਰ। ਸੋ ਉਸ ਲਿਹਾਜ਼ ਨਾਲ ਹੈ। ਲੇਕਿਨ ਮੈਂ ਜਦੋਂ ਵੀ ਕਿਸੇ ਵੀ ਬੰਦੇ ਨੂੰ ਐਨਾਲਾਈਜ਼ ਕਰਦੇ ਹਾਂ, ਉਹਦੇ ਮਾੜੇ ਪੱਖ ਦੇ ਨਾਲ ਨਾਲ ਉਹਦਾ ਇੱਕ ਚੰਗਾ ਪੱਖ ਜ਼ਰੂਰ ਸਮਝਣਾ ਚਾਹੀਦਾ ਵੀ ਕਿਉਂਕਿ ਕੁਛ ਨਾ ਕੁਛ ਅੱਛਾ ਜ਼ਰੂਰ ਹੁੰਦਾ ਹੈ। ਤੇ ਕਾਰਨ ਸੀ ਤਾਂ ਹੀ ਲੋਕ ਅੱਜ ਯਾਦ ਕਰ ਰਹੇ ਨੇ, ਅੱਜ ਨਹੀਂ ਤਾਂ ਹੋਰ ਵੀ ਬਹੁਤ ਲੀਡਰ ਕਾਲ ਚਲਾਣਾ ਕਰ ਜਾਂਦੇ ਨੇ, ਮੌਤਾਂ ਹੋ ਜਾਂਦੀਆਂ ਨੇ ਹੋਰਾਂ ਦੀਆਂ ਵੀ। ਲੇਕਿਨ ਜਿਸ ਤਰੀਕੇ ਦੇ ਨਾਲ ਕੌਮੀ ਪੱਧਰ ਤੇ ਉਹਨਾਂ ਨੂੰ ਰਿਸਪੈਕਟ ਮਿਲਦੀ, ਸ਼ਾਇਦ ਪੰਜਾਬ ਦੇ ਵਿੱਚ ਪੰਜਾਬ ਨੇ ਕਦੇ ਇੰਨੀ ਰਿਸਪੈਕਟ ਨਹੀਂ ਦਿੱਤੀ ਉਹਨਾਂ ਨੂੰ, ਜਾਂ ਨਾ ਦੇਣੀ ਹੋਈ। ਹਾਲਾਂਕਿ ਦਿੱਤੀ, ਐਸਾ ਨਹੀਂ ਹੈ ਵੀ ਇਲੈਕਟੋਰਲੀ ਤਾਂ ਉਹਨਾਂ ਨੂੰ ਦਿੱਤੀ, ਮੈਂਡੇਟ ਮਿਲੇ, ਲੇਕਿਨ ਅੱਜ ਦੁਨੀਆ ਭਰ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜੋ ਉਹਨਾਂ ਨੂੰ ਰਿਸਪੈਕਟ ਮਿਲ ਰਹੀ ਹੈ, ਉਹ ਇੱਕ ਵਿਸ਼ਾ ਹੈ ਸੋਚਣ ਦਾ ਵੀ, ਕਿਵੇਂ ਆਪਾਂ ਆਪਣੇ, ਉਹ ਕਹਿੰਦਾ ਵੀ ਘਰ ਕੀ ਮੁਰਗੀ ਦਾਲ ਬਰਾਬਰ, ਕਰਦੇ ਆਪਾਂ ਕਿਸੇ ਲੀਡਰ ਨੂੰ ਜਾਂ ਆਪਣੇ ਜਿਹੜਾ ਨੇੜੇ, ਕਿਉਂਕਿ ਆਪਾਂ ਉਹਨਾਂ ਦੀ ਕਮੀਆਂ ਨੂੰ ਵੀ ਜ਼ਿਆਦਾ ਬਿਹਤਰ ਤਰੀਕੇ ਨਾਲ ਜਾਣਦੇ ਹੁੰਦੇ ਹਾਂ। ਸੋ ਉਹਨਾਂ ਨੂੰ ਆਪਾਂ ਕ੍ਰਿਟਿਸਾਈਜ਼ ਕਰਦੇ ਹਾਂ, ਆਪਾਂ ਨੂੰ ਦਿਸਦਾ ਉਹਨਾਂ ਦੇ ਛੋਟੀ ਛੋਟੀ ਗੱਲਾਂ ਬਾਤਾਂ, ਛੋਟੀਆਂ ਛੋਟੀਆਂ ਤਰੁੱਟੀਆਂ ਵੀ ਆਪਾਂ ਮੈਗਨੀਫਾਈ ਕਰਕੇ ਵੇਖ ਸਕਦੇ ਹਾਂ, ਸਮਰੱਥਾ ਹੁੰਦੀ ਹੈ। ਦੂਰ ਕਿਸੇ ਹੋਰ ਸੂਬੇ ਦੇ ਵਿੱਚ ਰਾਜਨੀਤਿਕ ਲੀਡਰ ਸਾਡੇ ਲਈ ਮਾਡਲ ਬਣ ਜਾਂਦੇ ਨੇ, ਕਿਉਂਕਿ ਉਹਨਾਂ ਦੀ ਅਸਲੀਅਤ, ਉਹਨਾਂ ਦੀ ਗਹਿਰਾਈ, ਉਹਨਾਂ ਦੇ ਨੇੜਤਾ ਦੇ ਨਾਲ ਸਮਝਣ ਦੀ ਕਾਬਲੀਅਤ ਸਾਡੇ 'ਚ ਨਹੀਂ ਹੁੰਦੀ, ਜਾਂ ਮੌਕੇ ਨਹੀਂ ਮਿਲਦੇ। ਸੋ ਤਕਰੀਬਨ ਇਹਨਾਂ ਦੇ ਨਾਲ ਵੀ ਉਹੀ ਹੈ। ਤੁਸੀਂ ਜੇ ਜ਼ਿਆਦਾ ਦੇਖੋ ਤਾਂ ਲੋਕ, ਈਵਨ ਆ ਜਿਹੜਾ ਵੀਡੀਓ ਜਦੋਂ ਚੱਲ ਰਿਹਾ ਹੋਵੇਗਾ, ਸੋ ਬਹੁਤ ਸੇ ਲੋਕ ਅਜਿਹੇ ਟਿੱਪਣੀਆਂ ਜ਼ਰੂਰ ਦੇਣਗੇ ਵੀ ਉਹਨਾਂ ਦੇ ਜਿਹੜੇ ਨਾ ਪੱਖੀ ਭੂਮਿਕਾ ਰਹੀ ਹੈ। ਬਹੁਤ ਸੇ ਇੱਕ ਤੋਂ ਬੈਕ ਟੂ ਬੈਕ ਕੇਸਿਸ ਨੇ ਜਿਨ੍ਹਾਂ ਦਾ ਜ਼ਿਕਰ ਕਦੇ ਹੋਰ ਹੋ ਸਕਦਾ, ਹੁੰਦਾ ਵੀ ਰਹਿੰਦਾ। ਲੇਕਿਨ ਇਹ ਹੈ ਵੀ ਫॉर द ਟਾਈਮ ਬੀਇੰਗ ਆਪਾਂ ਤਾਂ ਫਿਰ ਇਹੀ ਕਹਿ ਸਕਦੇ ਕਿ ਇੱਕ ਅਜਿਹੀ ਪਰਸਨੈਲਿਟੀ ਜਿਨ੍ਹਾਂ ਨੇ ਇੱਕ ਵੱਖਰੇ ਤਰੀਕੇ ਦੇ ਨਾਲ ਆਪਣਾ ਇੱਕ ਮਿਆਰ, ਆਪਣਾ ਇੱਕ ਜਿਹੜਾ ਸਥਾਨ ਸੀ ਪੰਜਾਬ ਦੀ ਤੇ ਕੌਮੀ ਰਾਜਨੀਤੀ ਦੇ ਵਿੱਚ ਬਣਾਇਆ, ਸੋ ਉਹ ਇੱਕ ਛੋਟੀ ਪ੍ਰਾਪਤੀ ਨਹੀਂ ਸੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ।